ਗੁੱਡ ਮੋਰਨਿੰਗ ਆਲ। ਅੱਜ ਬੇਟੇ ਅਸੀਂ ਕਰਾਂਗੇ ਅਲੰਕਾਰ। ਕੀ ਹੁੰਦੇ ਨੇ ਅਲੰਕਾਰ? ਕਵਿਤਾ ਦੇ ਵਿੱਚ ਇਹਦੀ ਕਿਉਂ ਅਸੀਂ ਵਰਤੋਂ ਕਰਦੇ ਹਾਂ? ਅਲੰਕਾਰ ਸੰਸਕ੍ਰਿਤ ਦਾ ਸ਼ਬਦ ਹੈ। ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ, ਅਲੰਗ ਪਲੱਸ ਕਾਰ। ਅਲੰਗ ਦਾ ਅਰਥ ਹੈ ਗਹਿਣਾ, ਕਾਰ ਦਾ ਅਰਥ ਹੈ ਕਰਨ ਵਾਲਾ। ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਉਹ ਚੀਜ਼ ਜਿਹੜੀ ਸਾਨੂੰ ਮਤਲਬ ਕਿ ਹਾਈਲਾਈਟ ਕਰੇ, ਅਲੰਕਰਿਤ ਕਰੇ, ਉਹਨੂੰ ਅਲੰਕਾਰ ਕਹਿੰਦੇ ਹਾਂ। ਸੰਸਕ੍ਰਿਤ ਦੇ ਵਿਦਵਾਨਾਂ ਨੇ ਕਾਵਿ ਸ਼ਾਸਤਰ ਦੇ ਵਿੱਚ ਆਰੰਭ ਤੋਂ ਹੀ ਅਲੰਕਾਰ ਦੀ ਪਰਿਭਾਸ਼ਾ ਜਿਹੜੀ ਸੀ ਦੇਣੀ ਸ਼ੁਰੂ ਕਰ ਦਿੱਤੀ। ਭਾਮਾ ਇੱਕ ਪਹਿਲਾ ਵਿਦਵਾਨ ਹੈ ਜਿਹਨੇ ਅਲੰਕਾਰ ਬਾਰੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਅਤੇ ਇਹਨੂੰ ਕਵਿਤਾ ਦੇ ਸ਼ਿੰਗਾਰ ਦੇ ਲਈ ਉਹ ਜ਼ਰੂਰੀ ਮੰਨਦਾ। ਦੰਡੀ ਦੇ ਅਨੁਸਾਰ ਕਵਿਤਾ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰਕਾਰ ਕਹਿੰਦੇ ਨੇ। ਵਾਮਨ ਕਹਿੰਦਾ ਵੀ ਅਲੰਕਾਰ ਕਰਕੇ ਹੀ ਕਵਿਤਾ ਜਿਹੜੀ ਗ੍ਰਹਿਣ ਕਰਨ ਯੋਗ ਹੁੰਦੀ ਹੈ। ਕਵਿਤਾ ਦੇ ਵਿੱਚ ਸੌਂਦਰਯ ਦਾ ਜਿਹੜਾ ਨਾਂ ਹੈ ਉਹੀ ਅਲੰਕਾਰ ਹੈ। ਇਹਨਾਂ ਵਿਚਾਰਾਂ ਦੀ ਰੋਸ਼ਨੀ 'ਚ ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਅਲੰਕਾਰ ਹੈ ਉਹ ਇੱਕ ਚੀਜ਼ ਹੈ ਜਿਹੜੀ ਕਿਸੇ ਮਤਲਬ ਰਚਨਾ ਨੂੰ ਸ਼ਿੰਗਾਰਦੀ ਹੈ। ਅਲੰਕਾਰਵਾਦੀ ਕਵਿਤਾ ਦੇ ਵਿੱਚ ਕਹਿੰਦਾ ਅਲੰਕਾਰ ਦਾ ਸਥਾਨ ਕੀ ਹੈ, ਇਹਦੇ ਬਾਰੇ ਇੱਕ ਮਤ ਨਹੀਂ ਮਤਲਬ ਅੱਜ ਤੱਕ ਬਣ ਸਕਿਆ। ਇਹਦੇ ਸੰਬੰਧ ਦੇ ਵਿੱਚ ਵਿਦਵਾਨ ਦੋ ਵਰਗਾਂ ਦੇ ਵਿੱਚ ਵੰਡੇ ਜਾਂਦੇ ਨੇ। ਇੱਕ ਤਾਂ ਕਹਿੰਦੇ ਵੀ ਅਲੰਕਾਰਵਾਦੀ ਅਤੇ ਦੂਸਰੇ ਕਹਿੰਦੇ ਨੇ ਅਣਅਲੰਕਾਰਵਾਦੀ। ਅਲੰਕਾਰਵਾਦੀ ਕਹਿੰਦੇ ਅਲੰਕਾਰ ਨੂੰ ਕਵਿਤਾ ਦੀ ਆਤਮਾ ਮੰਨਣ ਵਾਲੇ ਵਿਦਵਾਨ ਅਲੰਕਾਰਵਾਦੀ ਕਹੇ ਜਾ ਸਕਦੇ ਨੇ। ਉਹ ਕਵਿਤਾ ਦੇ ਵਿੱਚ ਅਲੰਕਾਰ ਨੂੰ ਇੱਕ ਮਹੱਤਵਪੂਰਨ ਸਥਾਨ ਦਿੰਦੇ ਨੇ। ਉਹਨਾਂ ਦੇ ਅਨੁਸਾਰ ਅਲੰਕਾਰ ਜਿਹੜਾ ਹੈਗਾ ਉਹਦੇ ਤੋਂ ਬਿਨਾਂ ਕਵਿਤਾ ਐਸੇ ਤਰ੍ਹਾਂ ਜਿਉਂਦੀ ਨਹੀਂ ਰਹਿ ਸਕਦੀ ਜਿਸ ਤਰ੍ਹਾਂ ਆਤਮਾ ਦੇ ਨਿਕਲ ਜਾਣ ਤੋਂ ਪਿੱਛੋਂ ਸਰੀਰ, ਕਿ ਇੰਨੀ ਇੰਪੋਰਟੈਂਟ ਹੈ। ਅਣਅਲੰਕਾਰਵਾਦੀ ਕਹਿੰਦੇ ਵੀ ਅਲੰਕਾਰ ਨੂੰ ਕਵਿਤਾ ਦਾ ਜ਼ਰੂਰੀ ਤੱਤ ਮੰਨਦੇ ਨੇ। ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਦੇ ਬਹੁਤੇ ਵਿਦਵਾਨ ਇਸੇ ਵਰਗ 'ਚ ਆਉਂਦੇ ਨੇ। ਸੰਸਕ੍ਰਿਤ ਆਚਾਰਿਆ ਦੇ ਵਿੱਚ ਵਾਮਨ, ਆਨੰਦਵਰਧਨ, ਭੋਜਰਾਜ, ਕਸ਼ਮੇਂਦਰ ਹੋ ਗਏ, ਹੈ ਨਾ, ਜਿਵੇਂ ਮੰਮਟ ਹੋ ਗਏ, ਵਿਸ਼ਵਨਾਥ ਹੋ ਗਏ, ਕੁਲਪਤੀ ਹੋ ਗਏ, ਅਤੇ ਉਹਦੇ ਜਿਹੜੇ ਨਾਮ ਹੈਗੇ ਨੇ ਉਹ ਸਾਨੂੰ ਪਤਾ ਲੱਗਦੇ ਹੈਗੇ ਨੇ। ਬਟ ਜਿਹੜਾ ਵਾਮਨ ਹੈਗਾ ਉਹ ਅਲੰਕਾਰਾਂ ਨੂੰ ਨਹੀਂ ਮੰਨਦਾ, ਸਿਰਫ ਉਹਦੇ ਜਿਹੜੇ ਗੁਣ ਹੈਗੇ ਨੇ ਉਹਨਾਂ ਨੂੰ ਹੀ ਉਹ ਜਿਹੜਾ ਹੈ ਐਕਸੈਪਟ ਕਰਦਾ। ਅਤੇ ਉਹਦਾ ਇਹ ਇੱਕ ਆਪਣਾ ਵਿਚਾਰ ਹੈ ਕਿ ਜਿਵੇਂ ਇੱਕ ਯੁਵਤੀ ਦੇ ਰੂਪ ਦੇ ਵਿੱਚ ਅਲੰਕਾਰਾਂ ਤੋਂ ਬਿਨਾਂ ਕਾਵਿ ਦੇ ਵਿੱਚ ਰੁਚੀ ਨਹੀਂ ਹੋ ਸਕਦੀ। ਮਤਲਬ ਜਿਹੜਾ ਕਾਵਿ ਹੈਗਾ ਉਹਨੂੰ ਸੋਹਣਾ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਅਲੰਕਾਰਾਂ ਦੀ ਜਿਹੜੀ ਵਰਤੋਂ ਆ ਕੀਤੀ ਜਾਵੇ। ਅਲੰਕਾਰ ਸਾਹਿਤ ਹੈ ਜਿਹੜਾ ਉਹ ਮਤਲਬ ਇੱਕ ਆਨੰਦਦਾਇਕ ਹੈ। ਸੁੰਦਰਤਾਹੀਨ ਹੋ ਜਾਵਾਂਗੇ ਜੇ ਅਗਰ ਆਪਾਂ ਇਹਦੀ ਵਰਤੋਂ ਨਹੀਂ ਕਰਾਂਗੇ। ਅਲੰਕਾਰਾਂ ਦੇ ਵਰਗੀਕਰਨ ਦੀ ਜੇ ਅਸੀਂ ਗੱਲ ਕਰੀਏ, ਅਲੰਕਾਰਾਂ ਦੇ ਵਰਗੀਕਰਨ ਵੱਲ ਜੇ ਅਸੀਂ ਧਿਆਨ ਦਈਏ ਤਾਂ ਪਤਾ ਲੱਗਦਾ ਕਿ ਸਭ ਤੋਂ ਪਹਿਲਾਂ ਰੁਦਰਟ ਜਿਹੜਾ ਹੈ ਉਹਨੇ ਅਲੰਕਾਰਾਂ ਦੇ ਵਰਗੀਕਰਨ ਦਾ ਯਤਨ ਕੀਤਾ। ਉਹਨੇ ਅਲੰਕਾਰਾਂ ਨੂੰ 4 ਭਾਗਾਂ 'ਚ ਵੰਡਿਆ: ਵਾਸਤਵ, ਔਪੇਯ, ਅਤਿਸ਼ਯ ਅਤੇ ਸ਼ਲੇਸ਼। ਰੁਦਰਟ ਦੇ ਪਿੱਛੋਂ ਰੋਇਕ ਨੇ ਵੀ ਇਹਨੂੰ ਵਰਗੀਕਰਨ ਕੀਤਾ ਹੈਗਾ। ਪਰ ਜੇ ਅਸਲ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਅਲੰਕਾਰ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਸ਼ਬਦ ਅਲੰਕਾਰ ਅਤੇ ਦੂਸਰੇ ਅਰਥ ਅਲੰਕਾਰ। ਸ਼ਬਦ ਅਲੰਕਾਰ ਜਿੱਥੇ ਉਕਤੀ ਚਮਤਕਾਰ ਸ਼ਬਦ, ਜਿਹਦਾ ਮਤਲਬ ਸ਼ਬਦ ਹੀ ਅਸੀਂ ਇਸ ਤਰ੍ਹਾਂ ਦੇ ਪ੍ਰਯੋਗ ਕਰੀਏ, ਹੈ ਨਾ, ਜੇ ਰਚਨਾਕਾਰ ਜਿੱਥੇ ਇਹੋ ਜਿਹੇ ਵਰਨਾਂ ਜਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ ਜਿਹਦੇ ਨਾਲ ਸ਼ਬਦ ਜਿਹੜਾ ਹੈਗੇ ਨੇ ਉਹ ਮਤਲਬ ਸੁੰਦਰਤਾ ਪੈਦਾ ਕਰਨ, ਹੈ ਨਾ, ਉੱਥੇ ਸ਼ਬਦ ਅਲੰਕਾਰ ਹੁੰਦਾ। ਜਿਵੇਂ ਆਪਾਂ ਕਹਿ ਲਈਏ ਕਿ ਵਲਾਂ ਵਾਲੀਆਂ ਉਹਦੀਆਂ ਵਾਲੀਆਂ ਨੇ ਲਿਆ ਲੁੱਟ ਜਹਾਨ ਦੇ ਵਾਲੀਆਂ ਨੂੰ। ਦੇਖੋ ਕਿੰਨੇ ਸੋਹਣੇ ਜਿਹੜੇ ਸ਼ਬਦ ਨੇ ਉਹ ਵਰਤੇ ਗਏ ਨੇ। ਦੂਸਰਾ ਹੈ ਅਰਥ ਅਲੰਕਾਰ। ਜਿੱਥੇ ਕਾਵਿ ਦੇ ਅਰਥਾਂ ਦੇ ਵਿੱਚ ਚਮਤਕਾਰ ਹੋਵੇ ਉੱਥੇ ਅਰਥ ਅਲੰਕਾਰ ਹੁੰਦਾ। ਜਿਵੇਂ ਤੇਰੀ ਲੌਂਗ ਦਾ ਪਿਆ ਲਿਸ਼ਕਾਰਾ, ਹਾਲੀਆਂ ਨੇ ਹਲ ਛੁੱਟ ਗਏ। ਇਹਦੇ ਅਸੀਂ ਅਰਥ ਕੱਢ ਕੇ ਕੱਢਣ ਤੋਂ ਬਾਅਦ ਅਲੰਕਾਰਾਂ ਨੂੰ ਦੇਖਦੇ ਹਾਂ। ਅਰਥ ਅਲੰਕਾਰ ਦੇ ਸੈਂਕੜੇ ਭੇਦ ਨੇ, ਪਰ ਜੇ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ 6 ਤਰ੍ਹਾਂ ਦੇ ਨੇ। ਇਹ ਪਹਿਲਾ ਹੈਗਾ ਸਾਂਝ ਮੂਲਕ, ਦੂਸਰਾ ਹੈ ਵਿਰੋਧ ਮੂਲਕ, ਸ਼੍ਰਿੰਖਲਾ ਮੂਲਕ, ਗੁਣ ਮੂਲਕ, ਅਤਿਸ਼ਯੋਕਤੀਪਰਕ ਔਰ ਵਿਅੰਗਰਥਾ ਮੂਲਕ। ਅਰਥ ਅਲੰਕਾਰ। ਸਾਂਝ ਮੂਲਕ ਕੀ ਕਹਿੰਦੇ ਨੇ? ਇਸ ਵਰਗ ਦੇ ਅਲੰਕਾਰਾਂ ਨੂੰ ਸਮਾਨਤਾ ਮੂਲਕ ਜਾਂ ਉਪਮਾ ਮੂਲਕ ਵੀ ਕਹਿੰਦੇ ਹਾਂ। ਜਦੋਂ ਅਸੀਂ 2 ਚੀਜ਼ਾਂ ਦੇ ਵਿਚਲੀ ਇੱਕ ਸਾਂਝੀ ਚੀਜ਼ ਨੂੰ ਉਘਾੜ ਕੇ ਸਾਹਮਣੇ ਲਿਆਈਏ ਅਤੇ ਉੱਥੇ ਅਲੰਕਾਰਾਂ ਦੀ ਵਰਤੋਂ ਕਰੀਏ, ਉਹ ਹੁੰਦੇ ਨੇ ਸਾਂਝ ਮੂਲਕ। ਵਿਰੋਧ ਮੂਲਕ ਹੁੰਦੇ ਨੇ ਜਿਨ੍ਹਾਂ ਅਲੰਕਾਰਾਂ ਦੇ ਕਥਨ ਦੇ ਵਿੱਚ, ਬੋਲਣ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋਵੇ ਪਰ ਅਸਲ ਵਿਰੋਧ ਵੀ ਨਾ ਹੋਵੇ। ਇਸ ਵਿਰੋਧ ਦਰਸ਼ਨ ਦੇ ਨਾਲ ਇੱਕ ਨਵਾਂ ਅਰਥ ਚਮਤਕਾਰ ਪੈਦਾ ਹੋਵੇ, ਉਹਨੂੰ ਕਹਿੰਦੇ ਨੇ ਵਿਰੋਧ ਮੂਲਕ ਅਰਥ ਅਲੰਕਾਰ। ਅੱਗੇ ਹੈਗੇ ਸੰਗਲੀ
ਸੰਗਲੀਵਤ ਅਰਥ ਅਲੰਕਾਰ, ਜਿਨ੍ਹਾਂ ਅਲੰਕਾਰਾਂ ਦੇ ਵਿੱਚ ਵਸਤੂਆਂ ਦਾ ਕਰਮਬੱਧ ਰੂਪ ਦੇ ਵਿੱਚ ਵਰਣਨ ਹੋਵੇ, ਇਸ ਤਰ੍ਹਾਂ ਦੇ ਵਰਣਨ ਦੇ ਵਿੱਚ ਚਮਤਕਾਰ ਪੈਦਾ ਹੋਵੇ, ਉਹਨੂੰ ਕਹਿੰਦੇ ਨੇ ਸੰਗਲੀਵਤ। ਸੰਗਲੀਵਤ ਮੀਨਸ ਟੂ ਸੇ ਵਨ ਬਾਏ ਵਨ, ਇੱਕ ਤੋਂ ਬਾਅਦ ਇੱਕ। ਅਗਲਾ ਹੋ ਗਿਆ ਗੁਣ ਮੂਲਕ, ਜਿਹਦੇ ਵਿੱਚ ਉਹਦੇ ਗੁਣਾਂ ਦੀ ਗੱਲ ਕੀਤੀ ਗਈ ਹੋਵੇ, ਹੈ ਨਾ, ਉਹਦੀ ਗੱਲ ਹੋ ਰਹੀ ਹੈ ਇੱਥੇ। ਅੱਗੇ ਹੈ ਅਤਿਸ਼ਯੋਕਤੀ ਪਰਕ ਅਲੰਕਾਰ, ਜਿਨ੍ਹਾਂ ਅਲੰਕਾਰ 'ਚ ਕਿਸੇ ਗੱਲ ਨੂੰ ਹੱਦ ਤੋਂ ਵੱਧ ਵਧਾ ਚੜ੍ਹਾ ਕੇ ਕਿਹਾ ਗਿਆ ਹੋਵੇ, ਜਿਵੇਂ ਅਸੀਂ ਕਹਿ ਲਈਏ ਅਤਕਥਨੀ ਹੁੰਦੇ ਨੇ ਅਲੰਕਾਰ, ਉਹ ਚੀਜ਼ ਹੈ। ਅਗਲਾ ਹੈ ਵਿਅੰਗਾਰਥ ਮੂਲਕ, ਵਾਕ ਦੀ ਥਾਂ 'ਤੇ ਵਿਅੰਗ ਨੂੰ ਦਰਸਾਉਣ ਵਾਲੇ ਅਲੰਕਾਰ ਇਸ ਸ਼੍ਰੇਣੀ ਦੇ ਵਿੱਚ ਆਉਂਦੇ ਨੇ। ਤੀਸਰਾ ਹੈ ਸ਼ਬਦਾਰਥ ਅਲੰਕਾਰ। ਸ਼ਬਦਾਰਥ ਅਲੰਕਾਰ ਉੱਥੇ ਆਉਂਦੇ ਨੇ ਜਿੱਥੇ ਕਵੀ ਦੇ ਕਥਨ ਦੇ ਵਿੱਚ ਸ਼ਬਦ ਅਲੰਕਾਰ ਅਤੇ ਅਰਥ ਅਲੰਕਾਰ ਇਸ ਤਰ੍ਹਾਂ ਘੁਲੇ ਮਿਲੇ ਹੁੰਦੇ ਨੇ ਕਿ ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਪੱਛਮੀ ਵਰਗੀਕਰਨ ਕਹਿੰਦਾ ਵੀ ਪੱਛਮ ਦੇ ਵਿਦਵਾਨਾਂ ਨੇ ਅਲੰਕਾਰਾਂ ਦੇ 8 ਭੇਦ ਮੰਨੇ ਨੇ। ਭਾਰਤੀ ਅਤੇ ਪੱਛਮੀ ਵਰਗੀਕਰਨ ਦੇ ਵਿੱਚ ਕਾਫੀ ਸਮਾਨਤਾ ਹੈ। ਇਹਦੇ ਵਿੱਚ ਜਿਹੜਾ ਹੈਗਾ ਵਿਚਿੱਤਰਤਾ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲਦੀ ਹੈ। ਇਸੇ ਤਰ੍ਹਾਂ ਜਿਹੜਾ ਤੁਲਨਾ ਮੂਲਕ ਅਲੰਕਾਰ ਨੂੰ ਸਮਤਾ ਮੂਲਕ ਅਲੰਕਾਰ ਅਤੇ ਵਿਸ਼ਤਾ ਮੂਲਕ ਅਲੰਕਾਰ ਨੂੰ ਵਿਰੋਧ ਮੂਲਕ ਅਲੰਕਾਰ ਹੀ ਸਮਝਣਾ ਚਾਹੀਦਾ ਹੈ। ਇਸ ਤਰ੍ਹਾਂ ਅਲੰਕਾਰ ਵੈਸੇ ਮੁੱਖ ਤੌਰ 'ਤੇ 2 ਤਰ੍ਹਾਂ ਦੇ ਹੁੰਦੇ ਨੇ, ਸ਼ਬਦ ਅਲੰਕਾਰ ਅਤੇ ਅਰਥ ਅਲੰਕਾਰ। ਤੀਸਰੀ ਦੇ ਵਿੱਚ ਆਉਂਦੇ ਨੇ ਸ਼ਬਦਾਰਥ ਅਲੰਕਾਰ। ਇਹਨੂੰ ਤੁਸੀਂ ਆਪਣੀ ਨੋਟਬੁੱਕਸ ਦੇ ਉੱਪਰ ਸਾਰੇ ਬੱਚਿਆਂ ਨੇ ਨੋਟ ਕਰਨਾ ਔਰ ਰੀਡ ਜ਼ਰੂਰ ਕਰਨਾ। ਥੈਂਕ ਯੂ।